ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਫਿਲਮੀਗੜ੍ਹ। ਮੈਂ ਪ੍ਰਾਗ ਸਿੰਘ। ਸਾਰਿਆਂ ਨੇ ਟ੍ਰੇਲਰ ਦੇਖ ਲਿਆ ਹੋਣਾ ਸ਼ਾਹੀ ਮਾਜਰੇ ਦਾ। ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ। ਮੈਨੂੰ ਵੀ ਪਰਸਨਲੀ ਬਹੁਤ ਪਸੰਦ ਆਇਆ ਕਿਉਂਕਿ ਪੰਜਾਬੀ ਇੰਡਸਟਰੀ 'ਚ ਕੁਝ ਅਲੱਗ ਹੋਣ ਜਾ ਰਿਹਾ, ਕੁਝ ਡਿਫਰੈਂਟ ਹੋਣ ਜਾ ਰਿਹਾ, ਜਿਸ ਦੀ ਬਹੁਤ ਜ਼ਿਆਦਾ ਖੁਸ਼ੀ ਵੀ ਹੈ ਕਿ ਇਹੋ ਜਿਹਾ ਕਨਸੈਪਟ ਬਣ ਰਿਹਾ ਕਿ ਕੁਝ ਅਲੱਗ ਹੈ। ਕਿਉਂਕਿ ਆਪਾਂ ਹਰ ਵਾਰ ਕਹਿੰਦੇ ਕੁਝ ਡਿਫਰੈਂਟ ਹੋਣਾ ਚਾਹੀਦਾ। ਹੁਣ ਫਾਈਨਲੀ ਕੁਝ ਡਿਫਰੈਂਟ ਹੋ ਰਿਹਾ ਅਤੇ ਉਸ 'ਚ ਜੋ SHO ਦਾ ਕਰੈਕਟਰ ਨਿਭਾ ਰਹੇ ਨੇ ਸਾਵਨ ਰੂਪਵਾਲੀਆ ਜੀ ਮੇਰੇ ਨਾਲ ਆ। ਉਹ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਾਵਨ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ, ਤੁਸੀਂ ਦੱਸੋ ਕਿਵੇਂ ਹੋ? ਬਹੁਤ ਵਧੀਆ। ਅੱਛਾ ਸਾਵਨ, SHO ਦਾ ਕਰੈਕਟਰ ਇੱਕ ਪੁਲਿਸ ਦੀ ਬਹੁਤ ਜ਼ਿੰਮੇਵਾਰੀ ਹੁੰਦੀ ਹੈ ਨਾ, ਉਹ ਕਰੈਕਟਰ ਨਿਭਾਉਣ 'ਤੇ ਕੀ ਸੀ ਹਾਂ ਕਰਨ ਦਾ ਰੀਜ਼ਨ ਕੀ ਸੀ? ਪਹਿਲਾਂ ਤਾਂ ਜਸਟ ਸਕ੍ਰਿਪਟ ਹੈ। ਜਦੋਂ ਸਕ੍ਰਿਪਟ ਆਈ, ਪਹਿਲੀ ਗੱਲ ਤਾਂ ਪੂਰਾ ਓਵਰਆਲ ਸਕ੍ਰਿਪਟ ਬੜੀ ਅੱਛੀ ਸੀ, ਮਤਲਬ ਡਾਰਕ ਸੀਗਾ, ਸਾਰਾ ਚੀਜ਼ਾਂ ਬੋਲਡ ਸੀਗੀਆਂ। ਫਿਰ ਜਦੋਂ ਗੱਲ ਕਰਦੇ ਮੇਰੇ ਕਰੈਕਟਰ ਦੀ, SHO ਗੁਰਨਾਜ਼ ਭੁੱਲਰ ਦੀ, ਸੋ ਕਰੈਕਟਰ ਦਾ ਇੱਕ ਪੁਲਿਸ ਆਫਿਸਰ ਦਾ ਕਰੈਕਟਰ ਸੀਗਾ। ਸੋ ਮੈਨੂੰ ਇਹ ਲੱਗਿਆ ਕਿ ਇੱਕ ਬੜਾ ਚੈਲੰਜਿੰਗ ਕਰੈਕਟਰ ਮਿਲ ਰਿਹਾ ਅਤੇ ਬੀਇੰਗ ਅ ਐਕਟਰੈਸ ਉਹ ਅੱਖਾਂ 'ਚ ਸਪਾਰਕ ਆ ਗਿਆ ਕਿ ਯੈਸ ਆਈ ਐਮ ਇਨ। ਅਤੇ ਮੈਂ ਇਸ ਪ੍ਰੋਜੈਕਟ ਨੂੰ ਹਾਂ ਕਰਤੀ ਕਿਉਂਕਿ ਉਹ ਕਰੈਕਟਰ ਹੀ ਬੜਾ ਜ਼ਿਆਦਾ ਸਟਰੋਂਗ ਸੀਗਾ। ਪਰ ਮੈਨੂੰ ਲੱਗਦਾ ਤੁਸੀਂ ਰੀਅਲ ਲਾਈਫ 'ਚ SHO ਨਹੀਂ ਬਣ ਸਕਦੇ। ਮੁੰਡਿਆਂ ਨੇ ਕਹਿਣਾ ਮੈਂ ਜ਼ੁਲਮ ਕੀਤਾ, ਹੱਥ ਖੜੀ ਲਾ ਦਿਓ। ਐਕਚੁਅਲੀ ਮੈਨੂੰ ਬਹੁਤ ਕਮੈਂਟਸ ਵੀ ਚਲੋ ਜਿਹੜੇ ਚਾਹਣ ਵਾਲੇ ਆ ਨਾ, ਉਹ ਉਹਨਾਂ ਦਾ ਆਪਣਾ ਆਪਣਾ ਇੱਕ ਹੁੰਦਾ ਆ, ਦਿਲ ਦੀ ਇੱਛਾ ਹੁੰਦੀ ਹੈ ਨਾ, ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਸੋ ਹੋਣਾ ਵੀ ਚਾਹੀਦਾ ਆ। ਸੋ ਮੈਂ ਇਹ ਦਿਲ 'ਤੇ ਸ਼ਰਮਾਊਂਗੀ ਕਿ ਚਲੋ ਅਗਰ ਉਹਨਾਂ ਨੇ ਮੇਰੇ ਇੰਨੇ ਬੋਲਡ ਕਰੈਕਟਰ ਨੂੰ, ਇੰਨੇ ਖਾੜਕੂ ਕਰੈਕਟਰ ਨੂੰ ਵੀ ਇਹ ਕਿਹਾ ਕਿ ਅਸੀਂ ਤਾਂ ਮੁਜਰਿਮ ਵੀ ਬਣ ਜਾਵਾਂਗੇ, ਅਤੇ ਮੈਂ ਫਿਰ ਸਫਲ ਹਾਂ। ਅੱਛਾ ਸਾਵਨ, ਜਿਵੇਂ ਆਪਾਂ ਗੱਲ ਕਰੀਏ ਉਸ 'ਚ ਗਾਲਾਂ ਦੀ ਵੀ ਹੋਈਆਂ ਹੈ ਨਾ, ਉਸ ਚੀਜ਼ 'ਤੇ ਉਹ ਚੀਜ਼ ਦਾ ਕੀ ਟੇਕ ਸੀਗਾ? ਕਿਉਂਕਿ ਹੁਣ ਆਪਾਂ ਨੂੰ ਤਾਂ ਪਤਾ ਚਲੋ ਜਿੱਥੇ ਜ਼ਰੂਰਤ ਹੈ ਉੱਥੇ ਹੀ ਦਿਖਾਈ ਗਈ ਹੈ ਉਹ ਚੀਜ਼, ਹੈ ਨਾ, ਮਤਲਬ ਉੱਦਾਂ ਹੀ ਨਹੀਂ ਪਾਈ ਗਈ ਕਿ ਹਾਂ ਗਾਲ ਪਾਉਣੀ ਹੈ ਇਸ ਲਈ ਪਾਈ ਹੈ ਨਾ। ਪਰ ਇਸ ਦੇ ਪਿੱਛੇ ਕੀ ਬੈਕਲੈਸ਼ ਆਇਆ? ਆਡੀਅנס ਦਾ ਕੋਈ ਕਮੈਂਟ ਆਇਆ ਜੋ ਪੜ੍ਹਿਆ? ਹਾਂਜੀ ਬਿਲਕੁਲ, ਕਮੈਂਟਸ ਤਾਂ ਮੈਂ ਪ੍ਰੀਪੇਅਰਡ ਸੀ ਪਹਿਲਾਂ ਤੋਂ ਹੀ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਸਾਡਾ ਜਿਹੜੀ ਸੁਸਾਇਟੀ ਹੈ ਉਹ ਕੁਝ ਵੀ ਕਹਿ ਸਕਦੀ ਹੈ ਨਾ। ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਕਿਸੇ ਵੀ ਚੀਜ਼ ਨੂੰ ਲੈ ਕੇ, ਬਟ ਬੀਇੰਗ ਅ ਐਕਟਰੈਸ ਤੁਹਾਨੂੰ ਸਾਰੀ ਚੀਜ਼ਾਂ ਨੂੰ ਲੈ ਕੇ ਪ੍ਰੀਪੇਅਰਡ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਇਸੇ ਚੀਜ਼ ਤੋਂ ਹੀ ਤੁਹਾਨੂੰ ਆਡੀਅנס ਨੂੰ ਵੀ ਕਲੀਅਰ ਹੁੰਦਾ ਕਿ ਯਾਰ ਇਸ ਪਰਸਨ ਨੇ ਅਗਰ ਇਸ ਐਕਟਰੈਸ ਨੇ ਅਗਰ ਇਹ ਫਿਲਮ ਜਾਂ ਵੈਬ ਸੀਰੀਜ਼ ਕੀਤੀ ਹੈ ਅਤੇ ਕਿਉਂ ਕੀਤੀ ਹੈ, ਉਹਦੇ ਪਿੱਛੇ ਰੀਜ਼ਨ ਹੀ ਹੋਊਗਾ। ਜੇ ਆਪਾਂ ਗੱਲਾਂ ਤੁਹਾਡੇ ਸਾਹਮਣੇ ਮੀਡੀਆ 'ਤੇ ਕਹਿੰਦੇ ਹਾਂ ਤਾਂ ਕੁਝ ਸੋਚ ਸਮਝ ਕੇ ਕਹਿੰਦੇ ਹਾਂ, ਕੋਈ ਗੱਲ ਕਹਿ ਰਹੇ ਹਾਂ ਅਤੇ ਉਹ ਉਸ ਚੀਜ਼ ਦਾ ਜਵਾਬ ਦੇਣ ਦਾ ਹਿੰਮਤ ਵੀ ਰੱਖਦੇ ਹੋਵਾਂਗੇ ਤਾਂ ਹੀ ਕਹਿ ਰਹੇ ਹੋਵਾਂਗੇ, ਰਾਈਟ। ਸੋ ਗਾਲਾਂ ਨੇ ਭਾਵੇਂ ਇਹਦੇ 'ਚ, ਚਾਹੇ ਬੋਲਡਨੈਸ ਨੇ, ਚਾਹੇ ਨਸ਼ੇ ਨੇ ਦਿਖਾਇਆ, ਉਹ ਸਾਡੀ ਸੁਸਾਇਟੀ 'ਚ ਆਲਰੇਡੀ ਹੀ ਤਾਂ ਹੋ ਰਿਹਾ ਹੈ, ਅਤੇ ਉਹਦਾ ਹੱਲ ਕੀ ਹੈ ਤੁਹਾਨੂੰ ਉਹੀ ਸੀਰੀਜ਼ 'ਚ ਦਿਖਾਉਣਾ ਹੈ। ਅੱਛਾ, ਕੁਝ ਲੋਕ ਅਜਿਹੇ ਹੁੰਦੇ ਆ ਜਿਹੜੇ ਕੋਈ ਵੀ ਉਹਨਾਂ ਨੂੰ ਚੀਜ਼ ਦੇ ਦਿਓ, ਮੈਨੂੰ ਲੱਗਦਾ ਕਿ ਹਰ ਚੀਜ਼ ਤੋਂ ਚੰਗਾ ਜਾਂ ਮਾੜਾ ਲੈਣਾ ਆਡੀਅנס 'ਤੇ ਹੁੰਦਾ ਵੀ ਆਪਾਂ ਕੀ ਲੈਣਾ। ਕਿਉਂਕਿ ਜੇ ਆਪਾਂ ਗੱਲ ਕਰੀਏ ਜੇ ਉਸ 'ਚ ਮੈਨੂੰ ਲੱਗਦਾ ਵੀ ਨਸ਼ੇ ਦਿਖਾਇਆ ਤਾਂ ਉਸਦਾ ਐਂਡ ਵੀ ਦਿਖਾਇਆ ਹੋਊਗਾ ਵੀ ਕੀ। ਬਿਲਕੁਲ, ਅਗਰ ਉਸ ਚੀਜ਼ ਦਾ ਸਾਨੂੰ ਕੋਈ ਵੀ ਸੁਸਾਇਟੀ ਨੂੰ ਕਿਸੇ ਬੁਰੇ ਰਸਤੇ 'ਚ ਪਾਉਣ ਦਾ ਕੋਈ ਵੀ ਮੋਟਿਵ ਨਹੀਂ ਹੈ, ਸਾਨੂੰ ਹੱਕ ਹੀ ਨਹੀਂ ਹੈ। ਕਿਸੇ ਨੂੰ ਹੱਕ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਬੁਰੇ ਰਸਤੇ 'ਤੇ ਪਾਈਏ, ਕਿਸੇ ਨੇ ਕਿਸੇ ਨੂੰ ਇਹ ਹੱਕ ਨਹੀਂ ਦਿੱਤਾ। ਸੋ ਬਟ ਅਸੀਂ ਸਿਨੇਮਾ ਤੋਂ ਹੋ ਕੇ, ਸਾਡੀ ਇੰਡਸਟਰੀ ਵੱਲੋਂ ਹੋ ਕੇ ਸਾਡੀ ਇਹ ਰਿਸਪੋਂਸਿਬਿਲਿਟੀ ਬਣਦੀ ਹੈ ਕਿ ਅਸੀਂ ਆਡੀਅנס ਨੂੰ ਕੁਝ ਚੰਗਾ ਦੇ ਕੇ ਜਾਈਏ ਅਤੇ ਵਿਦ ਐਂਟਰਟੇਨਮੈਂਟ। ਅੱਛਾ, ਇਸ 'ਚ ਮੈਂ ਇੱਕ ਵਧੀਆ ਲੱਗਿਆ ਕਿ ਚਲੋ ਪੁਲਿਸ ਦਾ ਕਰੈਕਟਰ ਉਹ ਵੀ ਵੂਮੈਨ ਕਰ ਰਿਹਾ, ਵੂਮੈਨ ਸੈਂਟਰਿਕ ਫਿਲਮ ਆਪਾਂ ਇਹਨੂੰ ਕਹਿ ਸਕਦੇ ਹਾਂ। ਇਸ ਚੀਜ਼ ਲਈ ਕਿੰਨੇ ਐਕਸਾਈਟਿਡ ਸੀਗੇ? ਕਿਉਂਕਿ ਮੈਨੂੰ ਲੱਗਦਾ ਵੀ ਇੰਨੇ ਸਟਰੋਂਗ ਕਰੈਕਟਰ ਕਦੀ ਕੁੜੀਆਂ ਨੇ ਕੀਤੇ ਆ ਪੰਜਾਬੀ ਇੰਡਸਟਰੀ 'ਚ, ਇਹ ਕੁਝ ਅਲੱਗ ਹੈ। ਐਕਚੁਅਲੀ ਮੈਂ ਇਸ ਚੀਜ਼ 'ਤੇ ਪ੍ਰਾਊਡ ਫੀਲ ਕਰਦੀ ਹਾਂ ਕਿ ਜਦੋਂ ਕੋਈ ਮੀਡੀਆ ਤੋਂ ਪਰਸਨ ਆ ਕੇ ਸਾਨੂੰ ਇਹ ਗੱਲ ਕਹਿੰਦਾ ਆ ਕਿ ਹਾਲੇ ਤੱਕ ਨਹੀਂ ਅਸੀਂ ਦੇਖਿਆ, ਕਿਉਂਕਿ ਮੀਡੀਆ ਆਲਵੇਜ਼ ਸਾਰੀਆਂ ਚੀਜ਼ਾਂ ਨੂੰ ਲੈ ਕੇ ਵਾਕਿਫ ਹੁੰਦੀ ਹੈ, ਰੋਜ਼ ਰਿਵਿਊਜ਼ ਕਰਦੇ ਆ, ਰੋਜ਼ ਫਿਲਮਾਂ ਦੇਖਦੇ ਆ, ਐਵਰੀਥਿੰਗ। ਸੋ ਤੁਹਾਨੂੰ ਸਾਡੇ ਨਾਲੋਂ ਵੱਧ ਐਕਸਪੀਰੀਅੰਸ ਹੁੰਦਾ ਆ, ਬਟ ਜਦੋਂ ਤੁਸੀਂ ਸਾਰੇ ਆ ਕੇ ਸਾਨੂੰ ਇਹ ਗੱਲ ਕਹਿ ਦਿੰਦੇ ਹੋ ਕਿ ਅਸੀਂ ਨਹੀਂ ਦੇਖਿਆ, ਤਾਂ ਅਸੀਂ ਉੱਥੇ ਥੋੜ੍ਹੇ ਰਿਲੈਕਸ ਹੋ ਜਾਂਦੇ ਹਾਂ ਕਿ ਅਸੀਂ ਸਫਲ ਹੋ ਗਏ ਹਾਂ ਕਿਤੇ ਨਾ ਕਿਤੇ। ਕਿ ਜਦੋਂ ਮੀਡੀਆ ਸਾਨੂੰ ਇਹ ਆ ਕੇ ਗੱਲ ਕਹਿ ਰਹੀ ਹੈ ਕਿ ਅਸੀਂ ਹਾਲੇ ਤੱਕ ਨਹੀਂ ਦੇਖਿਆ, ਅਤੇ ਅਸੀਂ ਖਰੇ ਉਤਰਾਂਗੇ ਇਸ ਚੀਜ਼ 'ਤੇ ਕੁਝ ਨਵਾਂ ਹੀ ਲੈ ਕੇ ਆ ਰਹੇ ਹਾਂ, ਯੈਸ, ਜੋ ਨਹੀਂ ਹੋਇਆ ਹਾਲੇ। ਅੱਛਾ, ਸ਼ਾਹੀ ਮਾਜਰਾ ਨਾਮ ਰੱਖਿਆ, ਸ਼ਾਹੀ ਮਾਜਰਾ ਐਕਚੁਅਲ ਦੇਖਿਆ ਤੁਸੀਂ? ਗਏ? ਮੈਂ ਨਹੀਂ ਦੇਖਿਆ ਸੀਗਾ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਜਦੋਂ ਇਹਨਾਂ ਨੇ ਦੱਸਿਆ ਕਿ ਸੀਰੀਜ਼ ਦਾ ਨਾਮ ਸ਼ਾਹੀ ਮਾਜਰਾ ਆ, ਅਤੇ ਮਤਲਬ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਨਹੀਂ, ਬਟ ਮੈਂ ਸ਼ਾਹੀ ਮਾਜਰਾ ਸੁਣਿਆ ਹੀ ਨਹੀਂ ਸੀ, ਮੈਨੂੰ ਪਤਾ ਨਹੀਂ ਸੀਗਾ ਕਿ ਚੰਡੀਗੜ੍ਹ ਏਰੀਆ, ਮੋਹਾਲੀ ਏਰੀਆ ਦੇ ਵਿੱਚ ਸ਼ਾਹੀ ਮਾਜਰਾ ਨਾਮ ਦੀ ਜਗ੍ਹਾ ਹੈਗੀ ਹੈ। ਸੋ ਉੱਥੇ ਆਪਾਂ ਸ਼ੂਟ ਵੀ ਕੀਤਾ ਹੈ।
ਜਦੋਂ ਰੀਅਲ ਜਗ੍ਹਾ ਤੇ ਜਾ ਕੇ ਤੁਸੀਂ ਸ਼ੂਟ ਕਰਦੇ ਹੋ ਨਾ, ਲੋਕੀ ਜ਼ਿਆਦਾ ਕਨੈਕਟ ਕਰਦੇ ਆ। ਸੋ ਸਾਡੇ ਡਾਇਰੈਕਟਰ ਸਾਹਿਬ ਦੀ ਜਾਂ ਟੀਮ ਦੀ ਸਾਰਿਆਂ ਦੀ ਇੱਕ ਇਹ ਸੀਗੀ ਗੱਲ ਕਿ ਆਪਾਂ ਰੀਅਲ ਜਗ੍ਹਾ ਤੇ ਜਾ ਕੇ ਰੀਅਲ ਪੀਜੀ, ਰੀਅਲ ਸ਼ਾਹੀ ਮਾਜਰਾ ਦੇ ਪੀਜੀ 'ਚ ਜਾ ਕੇ ਆਪਾਂ ਉਸ ਚੀਜ਼ ਨੂੰ ਸ਼ੂਟ ਕੀਤਾ। ਜਦੋਂ ਤੁਸੀਂ ਸੀਰੀਜ਼ ਦੇਖੋਗੇ। ਅੱਛਾ, ਇੱਕ ਇਹ ਵੀ ਹੁੰਦਾ ਕਿ ਤੁਸੀਂ ਸ਼ਾਹੀ ਮਾਜਰਾ ਇੱਕ ਜਗ੍ਹਾ ਦਾ, ਕਈ ਲੋਕ ਇਹਨੂੰ ਗਲਤ ਵੀ ਲੈ ਰਹੇ, ਚੰਡੀਗੜ੍ਹ ਦੇ ਨਾਲ ਕਨੈਕਟ ਕਰ ਰਹੇ ਇਹਨੂੰ ਕਿ ਚੰਡੀਗੜ੍ਹ ਨੂੰ ਗਲਤ ਦਿਖਾਇਆ, ਹਾਲਾਂਕਿ ਸ਼ਾਹੀ ਮਾਜਰਾ ਦੀ ਗੱਲ ਕਰੀ ਹੈ। ਪਰ ਇਹ ਲੱਗਦਾ ਕਿ ਜੇ ਆਪਾਂ ਇੱਕ ਜਗ੍ਹਾ ਦਾ ਨਾਮ ਯੂਜ਼ ਕਰ ਰਹੇ ਹਾਂ ਉਸ ਚੀਜ਼ ਦਾ, ਉਹ ਬਹੁਤ ਜ਼ਿਆਦਾ ਉਸ ਚੀਜ਼ ਜਗ੍ਹਾ ਦਾ ਉਹ ਪੈਂਦਾ ਕਿ ਯਾਰ ਇਹ ਸ਼ਾਹੀ ਮਾਜਰਾ ਦਾ ਇੱਦਾਂ ਦਾ ਹੋਊਗਾ। ਨਹੀਂ, ਐਕਚੁਅਲੀ ਗੱਲ ਇਹ ਕਿ ਅਬਜ਼ਰਵ ਜੋ ਰਾਈਟਰ ਹੁੰਦੇ ਆ ਨਾ, ਉਹ ਅਬਜ਼ਰਵ ਕਰਦੇ ਚੀਜ਼ਾਂ ਨੂੰ, ਕਿੱਥੇ ਕੀ ਹੋ ਰਿਹਾ, ਕਿਉਂ ਹੋ ਰਿਹਾ। ਉਹ ਸਿਰਫ ਇੱਕ ਸ਼ਾਹੀ ਮਾਜਰਾ, ਉੱਥੇ ਇੱਕ ਸਪੈਸੀਫਿਕ ਜਗ੍ਹਾ ਦੀ ਗੱਲ ਨਹੀਂ ਕੀਤੀ ਗਈ ਜਿੱਥੇ ਇਹ ਨਸ਼ੇ ਜਾਂ ਸੁਸਾਇਟੀਜ਼ ਇਦਾਂ ਦੀਆਂ ਬਣ ਗਈਆਂ ਜਾਂ ਗਰੁੱਪਸ ਇਦਾਂ ਦੇ ਬਣ ਗਏ ਜਿੱਥੇ ਲੋਕਾਂ ਨੂੰ ਖਰਾਬ ਕੀਤਾ ਜਾ ਰਿਹਾ। ਉਹ ਉਸ ਜਗ੍ਹਾ ਦੀ ਗੱਲ ਕੀਤੀ ਜਾ ਰਹੀ ਹੈ। ਸ਼ਾਹੀ ਮਾਜਰਾ ਤੇ ਚਲੋ ਇੱਕ ਕਿਤੇ ਨਾ ਕਿਤੇ ਇੱਕ ਕੈਚੀ ਨਾਮ ਵੀ ਲੱਗਿਆ ਤੇ ਉਹ ਉਸ ਚੀਜ਼ ਨੂੰ ਯੂਜ਼ ਕਰ ਲਿਆ। ਸਾਡੇ ਪੰਜਾਬ ਦੇ ਵਿੱਚ, ਸਾਡੇ ਸੁਸਾਇਟੀ ਦੇ ਵਿੱਚ ਜਿੱਥੇ ਵੀ ਕ੍ਰਾਈਮ ਔਰ ਨਸ਼ਾ ਹੋ ਰਿਹਾ, ਅਸੀਂ ਉਸ ਜਗ੍ਹਾ ਦੀ ਗੱਲ ਕਰ ਰਹੇ ਹਾਂ। ਅੱਛਾ ਸਾਵਨ, ਤੁਸੀਂ ਚਲੋ ਬਾਲੀਵੁੱਡ 'ਚ ਵੀ ਹੈ ਨਾ ਕੰਮ ਕੀਤਾ, ਹੁਣ ਤੁਸੀਂ ਮੂਵੀਜ਼ 'ਚ ਵੀ ਕੀਤਾ, ਵੈਬ ਸੀਰੀਜ਼ 'ਚ ਵੀ ਕੀਤਾ। ਕੰਮ ਕਰਨ ਦਾ ਅਲੱਗ ਕਿਵੇਂ ਹੁੰਦਾ ਵੀ ਬਾਲੀਵੁੱਡ ਵਾਲੇ ਪੰਜਾਬ ਤੋਂ ਕਿਵੇਂ ਅਲੱਗ ਕੰਮ ਕਰਦੇ ਆ, ਪੰਜਾਬ ਵਾਲਿਆਂ ਦਾ ਕਿਵੇਂ ਅਲੱਗ ਹੁੰਦਾ, ਤੇ ਵੈਬ ਸੀਰੀਜ਼ ਦਾ ਅਲੱਗ ਕੰਮ ਕਿਵੇਂ ਹੁੰਦਾ ਜੇ ਆਪਾਂ ਪ੍ਰੋਫੈਸ਼ਨਲਿਜ਼ਮ ਦੀ? ਹਾਂਜੀ, ਐਕਚੁਅਲੀ ਵੈਬ ਸੀਰੀਜ਼ ਦੀ ਪਹਿਲਾਂ ਮੈਂ ਗੱਲ ਕਰੂੰਗੀ ਕਿ ਵੈਬ ਸੀਰੀਜ਼ ਦਾ ਮੇਰਾ ਫਸਟ ਐਕਸਪੀਰੀਅੰਸ ਆ। ਮੈਂ ਇਸ ਤੋਂ ਪਹਿਲਾਂ ਵੈਬ ਸੀਰੀਜ਼ ਨਹੀਂ ਕੀਤੀਆਂ, ਬਟ ਮੈਂ ਕਰਨਾ ਚਾਹੁੰਦੀ ਹਾਂ ਕਿਉਂਕਿ ਮੈਂ ਹਮੇਸ਼ਾ ਹਰ ਇੰਟਰਵਿਊ 'ਚ ਕਹਿੰਦੀ ਹਾਂ ਕਿ ਮੈਨੂੰ ਕੰਟੈਂਟ ਬਹੁਤ ਜ਼ਿਆਦਾ ਵਧੀਆ ਲੱਗਦਾ ਨੈਟਫਲਿਕਸ, ਐਮਾਜ਼ੋਨ ਦਾ, ਐਂਡ ਆਈ ਫੀਲ ਪ੍ਰਾਊਡ ਕਿ ਸਾਡੇ ਘਰ 'ਚ ਹੀ ਚੁਪਾਲ ਆ ਗਿਆ ਹੈ। ਸੋ ਚੁਪਾਲ ਦੇ ਵਿੱਚ ਇੰਨਾ ਬੋਲਡ ਕਨਸੈਪਟ ਆ ਰਿਹਾ। ਮੈਂ ਹੋਰ ਵੀ ਪ੍ਰੋਜੈਕਟਸ ਕਰੂੰਗੀ ਚੁਪਾਲ ਦੇ। ਸੋ ਮੈਨੂੰ ਚੰਗਾ ਲੱਗਿਆ ਕਿਉਂਕਿ ਇੱਕ ਸੀਰੀਜ਼ ਦਾ ਜਿਹੜਾ ਇੱਕ ਫੀਲ ਹੈ ਨਾ, ਉਹ ਇੱਕ ਬੜਾ ਅਲੱਗ ਮਜ਼ਾ ਆ। ਸੋ ਤੁਹਾਨੂੰ ਇੱਕ ਲੰਬੇ ਟਾਈਮ ਤੱਕ ਇੱਕ ਕਰੈਕਟਰ ਨੂੰ ਹੋਲਡ ਕਰਨਾ ਹੁੰਦਾ ਆ, ਉਹਦੇ ਸੀਰੀਜ਼ ਦੇ ਇੱਕ ਐਪੀਸੋਡਸ ਬਣਾਉਣੇ ਹੁੰਦੇ ਆ। ਸੋ ਮੇਰੇ ਲਈ ਉਹ ਬੜਾ ਗੁੱਡ ਐਕਸਪੀਰੀਅੰਸ ਹੋ ਚੁੱਕਿਆ ਹੁਣ ਮੈਨੂੰ। ਸੋ ਆਈ ਵਿਸ਼ ਕਿ ਮੈਨੂੰ ਅੱਗਾਂ ਵੀ ਹੁਣ ਨੈਟਫਲਿਕਸ, ਐਮਾਜ਼ੋਨ ਪ੍ਰਾਈਮ ਦੇ ਆਓਗੇ ਤੇ ਮੈਂ ਉਹਦੇ ਲਈ ਪ੍ਰੀਪੇਅਰਡ ਹੋਊਂਗੀ, ਹੈ ਨਾ, ਕਿਉਂਕਿ ਮੈਂ ਇਹ ਚੀਜ਼ ਕਹਿਣ ਵਾਲੀ ਹੋਊਂਗੀ ਕਿ ਮੈਂ ਚੌਪਾਲ ਐਪ ਦੀ ਇੱਕ ਵੈਬ ਸੀਰੀਜ਼ ਕਰ ਚੁੱਕੀ ਹਾਂ। ਉਹਨਾਂ ਨੇ ਮੈਨੂੰ ਮੌਕਾ ਦਿੱਤਾ ਤੇ ਮੈਂ SHO ਦਾ ਕਰੈਕਟਰ ਕੀਤਾ ਹੈ ਜੀ। ਅੱਛਾ, ਵਰਕ ਕਲਚਰ ਦਾ ਕਿਵੇਂ ਡਿਫਰੈਂਸ ਸੀ ਜੋ ਬਾਲੀਵੁੱਡ ਤੇ ਪੰਜਾਬ ਦਾ? ਹਾਂਜੀ, ਬਾਲੀਵੁੱਡ ਦੇ ਵਿੱਚ ਐਵੇਂ ਆ ਕਿ ਸਾਡੇ ਤੋਂ ਐਕਸਪੀਰੀਅੰਸ ਵਾਈਜ਼ ਅੱਗੇ ਨੇ। ਇਹ ਤਾਂ ਹੁੰਦਾ ਹੀ ਹੈ, ਹਰ ਇੱਕ ਦਾ ਸ਼ੁਰੂਆਤ ਹੁੰਦਾ ਹੈ ਕਦੇ ਨਾ ਕਦੇ। ਤਾਂ ਬਾਲੀਵੁੱਡ ਇੰਡਸਟਰੀ ਨੇ ਵੀ ਸ਼ੁਰੂਆਤ ਕੀਤੀ ਸੀ, ਪੰਜਾਬੀ ਇੰਡਸਟਰੀ ਨੂੰ ਵੀ ਲੰਬਾ ਟਾਈਮ ਹੋ ਗਿਆ ਹੁਣ ਗਰੋ ਕਰ ਰਹੀ ਆ। ਹੁਣ ਸੀਰੀਜ਼ ਵੀ ਆ ਰਹੀਆਂ, ਚੌਪਾਲ ਐਪ ਆ ਰਿਹਾ ਆ, ਤੇ ਫਿਰ ਇਦਾਂ ਦੀਆਂ ਫਿਲਮਾਂ ਆ ਰਹੀਆਂ ਜਿਹੜੀਆਂ ਲੋਕੀ ਚਾਹੁੰਦੇ ਆ ਕਿ ਸਾਡੀ ਪੰਜਾਬੀ ਇੰਡਸਟਰੀ 'ਚ ਕਿਉਂ ਨਹੀਂ ਬਣਦੀਆਂ ਯਾਰ। ਸੋ ਉਹ ਚੀਜ਼ਾਂ ਸ਼ੁਰੂ ਹੋ ਗਈਆਂ ਆ। ਤਾਂ ਮੈਨੂੰ ਇਹ ਲੱਗਦਾ ਕਿ ਆਪਾਂ ਬਾਲੀਵੁੱਡ ਤੋਂ ਬਹੁਤ ਚੀਜ਼ਾਂ ਜਿਹੜੀਆਂ ਉਹ ਦੇਖੀਆਂ ਔਰ ਸਿੱਖੀਆਂ ਵੀ ਹੈ। ਬਿਲਕੁਲ, ਕਿਉਂਕਿ ਕਹਿੰਦੇ ਜਿਵੇਂ ਸਾਊਥ ਦਾ ਸਿਨੇਮਾ ਉਹ ਵੀ ਇੱਕ ਰੀਜਨਲ ਸਿਨੇਮਾ, ਆਪਣਾ ਵੀ ਰੀਜਨਲ ਸਿਨੇਮਾ। ਬਿਲਕੁਲ, ਜਿਵੇਂ ਆਪਾਂ ਰੀਜਨਲ ਸਿਨੇਮਾ, ਉਹ ਵੀ ਰੀਜਨਲ ਸਿਨੇਮਾ। ਜੇ ਉਹ ਕਰ ਸਕਦੇ ਹਾਂ ਤਾਂ ਆਪਾਂ ਕਦੋਂ ਤੱਕ, ਕੀ ਕਮੀਆਂ ਤੁਹਾਨੂੰ ਲੱਗਦੀਆਂ ਵੀ ਆ ਰਹੀਆਂ? ਕਿਸੇ ਨਾ ਕਿਸੇ ਨੂੰ ਤਾਂ ਸਟੈਪ ਜਿਹੜਾ ਉਹ ਚੱਕਣਾ ਹੀ ਪੈਣਾ ਹੈ ਨਾ, ਤੇ ਉਹਨਾਂ ਚੋਂ ਵੀ ਕਿਸੇ ਨਾ ਕਿਸੇ ਨੇ ਉਹ ਸਟੈਪ ਚੱਕਿਆ ਹੀ ਹੋਊਗਾ ਨਾ, ਕਿ ਜਿਹੜਾ ਇੰਨਾ ਰਾਈਜ਼ ਕਰ ਰਿਹਾ ਹੈ ਨਾ, ਸਾਊਥ ਇੰਡਸਟਰੀ ਇੰਨੀ ਰਾਈਜ਼ ਕਰ ਰਹੀ ਆ। ਸੋ ਮੈਨੂੰ ਇਹ ਲੱਗਦਾ ਕਿ ਇੱਕ ਆਪਾਂ ਜੇ ਸੀਰੀਜ਼ ਬਣਾ ਰਹੇ ਹਾਂ, ਸਾਰਿਆਂ ਨੂੰ ਪ੍ਰਾਊਡ ਫੀਲ ਹੋ ਰਿਹਾ। ਤੇ ਕੱਲ ਨੂੰ ਅਗਰ ਤੁਸੀਂ ਦੇਖੋ ਬਾਲੀਵੁੱਡ ਜਾਓਗੇ, ਹੈ ਨਾ, ਬਾਲੀਵੁੱਡ ਕਿਸੇ ਦਾ ਇੰਟਰਵਿਊ ਕਰੋਗੇ ਤਾਂ ਤੁਸੀਂ ਯੂ ਫੀਲ ਪ੍ਰਾਊਡ ਨਾ ਕਿ ਸਾਡੇ ਕੋਲ ਵੀ ਇਦਾਂ ਦਾ ਕਨਸੈਪਟਸ ਹੈਗੇ ਨੇ। ਸੋ ਸਾਨੂੰ ਇਹੀ ਹੈ ਕਿ ਤੁਸੀਂ ਸਾਰੇ ਸਾਡੇ ਤੇ ਪ੍ਰਾਊਡ ਫੀਲ ਕਰੋ। ਜ਼ਰੂਰ ਕਰਾਂਗੇ, ਔਰ ਉਮੀਦ ਹੈ ਕਿ ਟ੍ਰੇਲਰ ਜਿੰਨਾ ਚੰਗਾ ਉਨੀ ਚੰਗੀ ਵੈਬ ਸੀਰੀਜ਼ ਵੀ ਹੋਵੇ, ਕਿਉਂਕਿ ਇਹ ਵੀ ਆਡੀਅנס ਨੂੰ ਨਾ ਅੱਜ ਕੱਲ੍ਹ ਹੋ ਗਿਆ ਕਿ ਆਪਾਂ ਟ੍ਰੇਲਰ ਦੇਖਦੇ ਹਾਂ, ਟ੍ਰੇਲਰ 'ਚ ਕੁਝ ਹੋਰ ਹੁੰਦਾ ਤੇ ਫਿਲਮ 'ਚ ਕੁਝ ਹੋਰ ਹੁੰਦਾ, ਜਾਂ ਵੈਬ ਸੀਰੀਜ਼ 'ਚ ਕੁਝ ਹੋਰ ਹੁੰਦਾ। ਪਰ ਮੈਨੂੰ ਉਮੀਦ ਹੈ ਕਿ ਜੋ ਟ੍ਰੇਲਰ 'ਚ ਉਸ ਤੋਂ ਵੱਧ ਹੀ ਇਸ ਵੈਬ ਸੀਰੀਜ਼ ਦੇ ਤੁਸੀਂ ਟ੍ਰੇਲਰ ਦੇ ਵਿੱਚ ਸੀਰੀਜ਼ ਦਾ ਸਿਰਫ 20% ਦੇਖਿਆ, ਆਈ ਸਵੇਅਰ। ਤੁਸੀਂ ਕਿਉਂਕਿ ਜਦੋਂ ਤੁਸੀਂ ਸੀਰੀਜ਼ ਦੇਖੋਗੇ ਉਹਦੇ ਵਿੱਚ ਤੁਹਾਡੇ ਮਨ 'ਚ ਇੱਕ ਕੁਐਸਚਨ ਆਊਗਾ ਅਗਰ ਦੇਖੇ ਕਿ ਯਾਰ ਕਿਉਂ ਇੱਦਾਂ ਕਿਉਂ ਹੋਇਆ, ਯਾਰ ਇਹ ਤਾਂ ਨਹੀਂ ਹੋਣਾ ਚਾਹੀਦਾ ਸੀ। ਉਹਦਾ ਤੁਹਾਨੂੰ ਆਨਸਰ ਮਿਲੇਗਾ ਹੀ ਮਿਲੇਗਾ, ਇੰਨੀ ਬਰੀਕੀ ਦੇ ਵਿੱਚ ਕੰਮ ਕੀਤਾ ਗਿਆ ਹੈ। ਯਾ ਥੈਂਕ ਯੂ ਸੋ ਮਚ ਸਾਵਨ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸਵੇਰ ਦੇ ਤੁਸੀਂ ਇੰਟਰਵਿਊ ਦੇ ਕੇ ਬਹੁਤ ਥੱਕ ਚੁੱਕੇ, ਇਸ ਲਈ ਮੈਂ ਅੱਜ ਜ਼ਿਆਦਾ ਨਹੀਂ ਕਰ। ਐਕਚੁਅਲੀ ਉਹ ਗੱਲ ਨਹੀਂ ਹੈ, ਐਕਚੁਅਲੀ ਇਹੀ ਦਿਨਾਂ ਦੇ ਅਸੀਂ ਵੇਟ ਕਰ ਰਹੇ ਹੁੰਦੇ ਆ। ਸਾਨੂੰ ਅਸੀਂ ਲੰਬਾ ਟਾਈਮ ਅਗਰ ਸੀਰੀਜ਼ ਨੂੰ ਦਿੱਤਾ ਹੁੰਦਾ, ਸਾਨੂੰ ਇਹ ਹੁੰਦਾ ਕਿ ਇੱਕ ਟਾਈਮ ਆਊਗਾ, ਫਿਰ ਪ੍ਰਮੋਸ਼ਨਸ ਹੋਣਗੀਆਂ। ਸੋ ਉਸ ਚੀਜ਼ ਤੁਸੀਂ ਕੋਈ ਨਾ, ਥਕਾਵਟ ਉਹ ਤਾਂ ਚੱਲਦਾ ਰਹਿੰਦੀਆਂ ਚੀਜ਼ਾਂ, ਬਟ ਇਹ ਟਾਈਮ ਜਿਹੜਾ ਆ, ਇਹ ਇਹੋ ਜਿਹਾ ਟਾਈਮ ਆ ਕਿ ਜਿੱਥੇ ਸਾਨੂੰ ਆਪਸ ਦੇ ਵਿੱਚ ਗੱਲਾਂ ਕਰਨੀਆਂ, ਤੁਸੀਂ ਸਾਡੇ ਤੋਂ ਕੁਐਸਚਨਸ ਪੁੱਛਣੇ, ਅਸੀਂ ਵੇਟ ਕਰ ਰਹੇ ਹੁੰਦੇ ਆ ਤੁਹਾਡੇ ਕੁਐਸਚਨਸ ਦੀ। ਥੈਂਕ ਯੂ ਸੋ ਮਚ ਸਾਵਨ। ਜਾਂਦੇ ਕੀ ਆਡੀਅנס ਨੂੰ ਅਪੀਲ ਕਰਨਾ ਚਾਹੋਗੇ? ਵੈਸੇ ਤਾਂ ਅਪੀਲ ਇਹ ਹੈ ਕਿ ਜ਼ਰੂਰ ਦੇਖੋ, ਪਰ ਆਪਣੇ ਵਰਡਸ 'ਚ ਜਿਵੇਂ ਕਹਿ ਰਹੇ ਹਾਂ ਵੀ ਅਸੀਂ ਮੁਜਰਿਮ ਬਣ ਸਕਦੇ ਹਾਂ, ਤੁਹਾਡੇ ਲਈ ਤਾਂ ਉਹਨਾਂ ਨੂੰ ਕੀ
ਮੈਂ ਮੇਰੇ ਚਾਹਣ ਵਾਲਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਤੁਸੀਂ ਹੁਣ ਤੱਕ ਮੇਰੇ ਸਾਰੇ ਕੰਮਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਔਰ ਤੁਸੀਂ ਮੈਨੂੰ ਮੈਸੇजेस ਕਰਕੇ ਇਹ ਵੀ ਕਹਿੰਦੇ ਹੋ ਕਿ ਮੈਮ ਸਾਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ। ਮੈਂ ਆਪਣੀ ਰਿਸਪੌਂਸਿਬਿਲਟੀ ਇਹੀ ਸਮਝਦੀ ਹਾਂ ਕਿ ਮੈਂ ਨਵਾਂ ਤੁਹਾਡੇ ਤੱਕ ਆਪਣਾ ਕੰਮ ਲੈ ਕੇ ਆਵਾਂ। ਸੋ ਇੱਕ ਸ਼ੇਡ ਤਾਂ ਹੁਣ ਤੁਹਾਡੇ ਅੱਗੇ ਲੈ ਕੇ ਆਈ ਹਾਂ SHO ਗੁਰਨਾਜ਼ ਭੁੱਲਰ ਦੀ 12 ਤਰੀਕ ਨੂੰ ਸ਼ਾਹੀ ਮਾਜਰਾ ਆ ਜਾਣੀ ਆ ਹੈ ਨਾ। ਚੌਪਾਲ ਐਪ ਤੇ ਸਬਸਕ੍ਰਿਪਸ਼ਨ ਤੁਸੀਂ ਵੀ ਲੈ ਲਿਓ ਔਰ ਦੇਖ ਕੇ ਮੈਸੇਜ ਨਾਲ ਹੀ ਕਰਨਾ ਤੁਸੀਂ ਕਿ ਤੁਹਾਨੂੰ ਕਿਵੇਂ ਦੀ ਲੱਗੀ। ਤਾਂ ਲਓ ਜੀ, ਇਹ ਸੀਗੇ ਸਾਵਨ ਮੇਰੇ ਨਾਲ। ਉਮੀਦ ਕਰਦੇ ਆ ਸਾਰੇ ਜ਼ਰੂਰ ਸੀਰੀਜ਼ ਨੂੰ ਦੇਖਣਗੇ ਕਿਉਂਕਿ ਆਪਾਂ ਇਕੱਲੇ ਕਮੈਂਟ ਹੀ ਨਾ ਕਰਿਆ ਕਰੀਏ, ਕੰਟੈਂਟ ਨਹੀਂ ਬਣ ਰਿਹਾ। ਜੇ ਇੱਦਾਂ ਦਾ ਕੰਟੈਂਟ ਆਉਂਦਾ ਤਾਂ ਆਪਾਂ ਉਹਨੂੰ ਸਪੋਰਟ ਵੀ ਕਰੀਏ। ਜੇ ਸਪੋਰਟ ਕਰਾਂਗੇ ਤਾਂ ਹੀ ਇੱਦਾਂ ਦਾ ਕੰਟੈਂਟ ਹੋਰ ਬਣੂਗਾ। ਅੱਜ ਦੇ ਲਈ ਇੰਨਾ ਹੀ, ਅਗਲੀ ਵਾਰ ਨਵੇਂ ਇੰਟਰਵਿਊ ਦੇ ਲਈ ਦੇਖਦੇ ਰਹੋ ਫਿਲਮੀਗੜ੍ਹ। ਸਤਿ ਸ਼੍ਰੀ ਅਕਾਲ।